ਸਿੱਖ ਇਤਿਹਾਸ ਦੇ ਵਿੱਚ ਐਸਾ ਕੋਈ ਦਿਨ ਨਹੀਂ ਜੋ ਸ਼ਹੀਦਾਂ ਦੀ ਗਾਥਾ ਤੋਂ ਬਿਨਾਂ ਗੁਜ਼ਰਿਆ ਹੋਵੇ। ਪਰ ਜਿਉਂ ਹੀ ਪੋਹ ਦੇ ਮਹੀਨੇ ਦੀ ਸ਼ੁਰੂਆਤ ਹੁੰਦੀ ਹੈ, ਪੋਹ ਦਾ ਮਹੀਨਾ ਉਹ ਮਹੀਨਾ ਸੀ ਜਦੋਂ ਸ਼ਹਾਦਤਾਂ ਦਾ ਸਿਖਰ ਸੀ। ਤੇ ਇਸ ਮਹੀਨੇ ਦੇ ਸ਼ਹਾਦਤਾਂ ਦੀ ਸਿਖਰ ਦੀ ਸ਼ੁਰੂਆਤ ਹੁੰਦੀ ਹੈ ਅਨੰਦਪੁਰ ਸਾਹਿਬ ਦੀ ਮੁਕੱਦਸ ਧਰਤੀ ਤੋਂ, ਜਦੋਂ 6-7 ਪੋਹ ਦੀ ਦਰਮਿਆਨੀ ਰਾਤ ਨੂੰ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਸਤੀ ਵਸਦੀ ਆਨੰਦਾਂ ਦੀ ਪੁਰੀ ਨੂੰ ਪਰਿਵਾਰ ਦੇ ਸਮੇਤ ਛੱਡਿਆ ਸੀ। ਤੇ ਜਿਸ ਥਾਂ ਤੇ ਅਸੀਂ ਮੌਜੂਦ ਹਾਂ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਇਹ ਉਹ ਮੁਕੱਦਸ ਧਰਤੀ ਸੀ ਜਿੱਥੇ ਦਸਮ ਪਾਤਸ਼ਾਹ ਜੀ ਦਾ ਪਰਿਵਾਰ ਵਿਛੜ ਗਿਆ ਸੀ। ਹਰ ਸਾਲ ਪੋਹ ਮਹੀਨੇ ਦੀ ਸੰਗਰਾਂਦ ਦੇ ਮੌਕੇ ਇੱਥੋਂ ਸ਼ਹੀਦੀ ਪੰਦਰਵਾੜੇ ਦੀ ਸ਼ੁਰੂਆਤ ਹੁੰਦੀ ਹੈ। ਤਸਵੀਰਾਂ ਦੇ ਵਿੱਚ ਤੁਹਾਨੂੰ ਦਰਸ਼ਨ ਕਰਵਾ ਰਹੇ ਹਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਜਿੱਥੇ ਅੱਜ ਤਿੰਨ ਦਿਨ ਦਾ ਜੋ ਸਮਾਗਮ ਸੀ ਉਹਨਾਂ ਦੀ ਸਮਾਪਤੀ ਹੋਈ ਹੈ। ਤੇ ਨਾਲ ਹੀ ਜੇਕਰ ਗੱਲ ਕੀਤੀ ਜਾਵੇ ਤਾਂ ਅੱਜ ਸ਼ਹੀਦੀ ਪੰਦਰਵਾੜੇ ਦੀ ਵੀ ਸ਼ੁਰੂਆਤ ਹੋ ਚੁੱਕੀ ਹੈ। ਵਿਸ਼ੇਸ਼ ਗੱਲਬਾਤ ਕਰਨ ਤੋਂ ਪਹਿਲਾਂ ਤੁਹਾਨੂੰ ਤਸਵੀਰਾਂ ਦਿਖਾ ਰਹੇ ਹਾਂ ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ। ਇਹ ਉਹ ਮੁਕੱਦਸ ਧਰਤੀ ਹੈ ਜਿੱਥੇ 6-7 ਪੋਹ ਦੀ ਦਰਮਿਆਨੀ ਰਾਤ ਨੂੰ ਜਦੋਂ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਹਸਤੀ ਵਸਦੀ ਆਨੰਦਾਂ ਦੀ ਪੁਰੀ ਨੂੰ ਛੱਡਿਆ ਤੇ ਇਸ ਥਾਂ ਤੇ ਆ ਕੇ ਦਸਮ ਪਾਤਸ਼ਾਹ ਜੀ ਦੇ ਪਰਿਵਾਰ ਦਾ ਵਿਛੋੜਾ ਪਿਆ ਸੀ। ਸਾਡੇ ਨਾਲ ਬਹੁਤ ਹੀ ਸਤਿਕਾਰਯੋਗ ਪੰਥ ਦੀ ਮਾਇਨਾਜ਼ ਹਸਤੀ ਬਾਬਾ ਜਰਨੈਲ ਸਿੰਘ ਜੀ, ਜਿਨ੍ਹਾਂ ਦੀਆਂ ਕਈ ਪੀੜ੍ਹੀਆਂ ਅਨੰਦਪੁਰ ਸਾਹਿਬ ਨੂੰ ਬਹੁਤ ਹੀ ਨੇੜਿਓਂ ਜਾਣਦੀਆਂ ਨੇ। ਪੰਥ ਰਤਨ ਜਥੇਦਾਰ ਤਰਲੋਚਨ ਸਿੰਘ ਜੀ ਉਹਨਾਂ ਦੇ ਭਰਾਤਾ ਵੀ ਨੇ ਤੇ ਬਹੁਤ ਨਜ਼ਦੀਕੀ ਇਸ ਸਾਰੇ ਇਲਾਕੇ ਨੂੰ ਜਾਣਦੇ ਨੇ। ਬਾਬਾ ਜੀ ਦੇ ਨਾਲ ਗੱਲਬਾਤ ਕਰਾਂਗੇ। ਬਾਬਾ ਜੀ, ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਸ ਸਾਰੀ ਧਰਤੀ ਨੂੰ, ਖਾਸ ਕਰਕੇ ਇਸ ਇਲਾਕੇ ਨੂੰ ਤੁਸੀਂ ਬਹੁਤ ਨੇੜਿਓਂ ਵੇਖਿਆ ਹੈ। ਤੁਹਾਡੇ ਬਜ਼ੁਰਗਾਂ ਦਾ ਖਾਸ ਤੌਰ ਤੇ ਜ਼ਿਕਰ ਆਉਂਦਾ ਹੈ। ਕਾਰ ਸੇਵਾ ਵਾਲੇ ਮਹਾਂਪੁਰਸ਼ ਬਾਬਾ ਸੇਵਾ ਸਿੰਘ ਜੀ, ਬਾਬਾ ਭਾਗ ਸਿੰਘ ਜੀ, ਉਹਨਾਂ ਦੀ ਸੇਵਾ ਵੀ ਕੀਤੀ ਹੈ। ਸੋ ਜੇਕਰ ਅੱਜ ਗੱਲ ਕੀਤੀ ਜਾਵੇ, ਸ਼ਹੀਦੀ ਪੰਦਰਵਾੜੇ ਦੀ ਸ਼ੁਰੂਆਤ ਹੋ ਚੁੱਕੀ ਹੈ ਪਹਿਲੇ ਸਮਿਆਂ ਦੇ ਨਾਲੋਂ, ਕਿਉਂਕਿ ਸਮੇਂ ਦੇ ਨਾਲ ਬਦਲਾਵ ਬਹੁਤ ਆਏ ਹੈ। ਹਰ ਸਾਲ ਜਦੋਂ ਪੋਹ ਦਾ ਮਹੀਨਾ ਸ਼ੁਰੂ ਹੁੰਦਾ ਹੈ ਤੇ ਇੱਕ ਸੰਗਤਾਂ ਦੇ ਮਨ ਦੇ ਵਿੱਚ ਵਿਰਾਗਮਈ ਜਿਹੜੇ ਉਹ ਪਲ ਨੇ, ਉਹਨਾਂ ਨੂੰ ਸੰਗਤਾਂ ਮਹਿਸੂਸ ਕਰਦੀਆਂ ਨੇ। ਬਦਲਾਵ ਕਿੰਨਾ ਕੁ ਆਇਆ ਹੈ ਤੇ ਸਭ ਤੋਂ ਪਹਿਲਾਂ ਸਿੱਖ ਇਤਿਹਾਸ ਦੇ ਵਿੱਚ ਸ਼ਹੀਦੀ ਪੰਦਰਵਾੜੇ ਦੀ ਮਹੱਤਤਾ ਕੀ ਹੈ? ਸਾਧ ਸੰਗਤ ਜੀ, ਸ਼ਹੀਦੀ ਪੰਦਰਵਾੜੇ ਦੀ ਮਹੱਤਤਾ ਬਹੁਤ ਵੱਡੀ ਮਹੱਤਤਾ ਹੈ। ਸਮੇਂ ਨਾਲ ਇਹ ਸਾਰਾ ਕੁਝ ਬਦਲਦਾ ਜਾਂਦਾ ਹੈ। ਕੋਈ ਸਮਾਂ ਸੀ ਅੱਜ ਦੇ ਦਿਨ ਤੋਂ, ਪੋਹ ਦੀ ਸੰਗਰਾਂਦ ਵਾਲੇ ਦਿਨ ਤੋਂ ਹੀ ਹਰ ਘਰ ਵਿੱਚ, ਅਨੰਦਪੁਰ ਸਾਹਿਬ ਇਲਾਕੇ ਵਿੱਚ ਲੋਕ ਭੁੰਜੇ ਸੌਂਦੇ ਸਨ, ਦਰੀਆਂ ਵਿਛਾ ਕੇ ਸੌਂਦੇ ਸਨ। ਉਹ ਕਾਫੀ ਬਦਲਾਅ ਆ ਚੁੱਕਾ ਹੈ। ਸਾਧ ਸੰਗਤ ਜੀ, ਸ੍ਰੀ ਅਨੰਦਪੁਰ ਸਾਹਿਬ ਦੀ ਧਰਤੀ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਮੁੱਲ ਖਰੀਦੀ ਹੈ। ਗੁਰੂ ਤੇਗ ਬਹਾਦਰ ਸਾਹਿਬ ਨੇ ਵਰਸਾਈ ਹੈ ਤੇ ਗੁਰੂ ਤੇਗ ਬਹਾਦਰ ਸਾਹਿਬ ਨੇ ਵਡਿਆਈਆਂ ਬਖਸ਼ੀਆਂ ਨੇ ਇਸ ਧਰਤੀ ਨੂੰ। ਇਸ ਧਰਤੀ ਤੇ ਜਿੱਥੇ ਖਾਲਸਾ ਪੰਥ ਦਾ ਜਨਮ ਹੋਇਆ, ਉੱਥੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਰਹਿਮਤ ਦਾ ਸਦਕਾ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਇੱਥੇ 5 ਕਿਲੇ ਤਿਆਰ ਕਰਵਾਏ ਨੇ। ਭੰਗਾਣੀ ਦਾ ਪੌਂਟਾ ਸਾਹਿਬ, ਉੱਥੇ ਸਤਿਗੁਰੂ ਜੀ ਜੰਗ ਜਿੱਤ ਕੇ ਆਏ ਨੇ, ਪਹਾੜੀ ਰਾਜਿਆਂ ਨਾਲ ਜੰਗ ਹੋਇਆ। ਉੱਥੇ ਹੀ ਸਤਿਗੁਰੂ ਜੀ ਦੇ ਵੱਡੇ ਸਾਹਿਬਜ਼ਾਦੇ ਬਾਬਾ ਅਜੀਤ ਸਿੰਘ ਦਾ ਜਨਮ ਹੋਇਆ। ਜਦੋਂ ਆ ਕੇ ਸੇਵਾਦਾਰਾਂ ਨੇ ਦੱਸਿਆ, ਮਾਤਾ ਜੀ ਨੇ ਦੱਸਿਆ, ਮਾਤਾ ਗੁਜਰੀ ਜੀ, ਮਾਤਾ ਨਾਨਕੀ ਜੀ, ਕਲਗੀਧਰ ਪਾਤਸ਼ਾਹ ਨੂੰ ਕਿ ਤੁਹਾਨੂੰ ਵਧਾਈ ਹੋਵੇ, ਤੁਹਾਡੇ ਘਰ ਪੁੱਤਰ ਆਇਆ। ਸਤਿਗੁਰੂ ਸੱਚੇ ਪਾਤਸ਼ਾਹ ਉਦੋਂ ਹੀ ਭੰਗਾਣੀ ਦਾ ਜੰਗ ਜਿੱਤ ਕੇ ਆਪਣੇ ਸੇਵਾਦਾਰਾਂ ਨਾਲ ਬੈਠੇ ਸਨ ਤੇ ਉੱਥੇ ਬਚਨ ਕੀਤਾ, ਕਿਰਪਾ ਕਾਲ ਤੇਰੀ ਜੀਤ ਹੋਈ ਮੇਰੀ, ਪਈ ਜੀਤ ਮੇਰੀ। ਉੱਥੇ ਹੀ ਸਤਿਗੁਰੂ ਸੱਚੇ ਪਾਤਸ਼ਾਹ ਨੇ ਸਾਹਿਬਜ਼ਾਦੇ ਦਾ ਨਾਂ ਅਜੀਤ ਸਿੰਘ ਰੱਖਿਆ। ਉਸ ਤੋਂ ਬਾਅਦ ਸ੍ਰੀ ਅਨੰਦਪੁਰ ਸਾਹਿਬ ਆਏ ਨੇ। ਆਨੰਦਗੜ੍ਹ ਦਾ ਕਿਲਾ, ਸ੍ਰੀ ਲੋਹਗੜ੍ਹ ਦਾ ਕਿਲਾ, ਹੋਲਗੜ੍ਹ ਦਾ ਕਿਲਾ, ਫਤਿਹਗੜ੍ਹ ਦਾ ਕਿਲਾ, ਤਾਰਾਗੜ੍ਹ ਦਾ ਕਿਲਾ, ਇਹ ਕਿਲੇ ਤਿਆਰ ਕਰਵਾਏ ਨੇ ਔਰ ਸ੍ਰੀ ਅਨੰਦਪੁਰ ਸਾਹਿਬ ਦਾ ਇਹਨਾਂ ਨੂੰ ਨਾਮ ਦਿੱਤਾ ਗਿਆ ਹੈ। ਗੁਰਮੁਖ ਪਿਆਰਿਓ, ਅਨੰਦਪੁਰ ਸਾਹਿਬ ਵਿੱਚ ਕਲਗੀਧਰ ਪਾਤਸ਼ਾਹ ਦੇ ਸਮੇਂ ਜਿੰਨੀਆਂ ਰੌਣਕਾਂ ਸੀਗੀਆਂ, ਜਿੰਨੀਆਂ ਵੱਡੀਆਂ ਵੱਡੀਆਂ ਹਵੇਲੀਆਂ ਗੁਰੂ ਤੇਗ ਬਹਾਦਰ ਸਾਹਿਬ ਨੇ ਤਿਆਰ ਕਰਵਾਈਆਂ ਸੀਗੀਆਂ। ਤੇ ਇੱਥੇ ਹੀ ਅਨੰਦਪੁਰ ਸਾਹਿਬ ਦੀ ਧਰਤੀ ਤੇ ਕਸ਼ਮੀਰੀ ਪੰਡਤਾਂ ਦੀ ਪੁਕਾਰ ਸੁਣ ਕੇ ਸਤਿਗੁਰੂ ਸੱਚੇ ਪਾਤਸ਼ਾਹ ਦਿੱਲੀ ਨੂੰ ਰਵਾਨਾ ਹੋਏ ਨੇ।
ਤੇ ਜਦੋਂ ਸ੍ਰੀ ਅਨੰਦਪੁਰ ਸਾਹਿਬ ਦੀ ਹੱਦ ਤੋਂ ਬਾਹਰ ਆਏ ਨੇ, ਜਿੱਥੇ ਹੁਣ ਪੰਜਾਬ ਸਰਕਾਰ ਨੇ ਉੱਥੇ ਗੇਟ ਬਣਾਇਆ ਹੋਇਆ ਹੈ, ਉਹਦੇ ਖੱਬੇ ਹੱਥ ਪਹਾੜੀ ਤੇ ਇੱਕ ਨਿਸ਼ਾਨ ਸਾਹਿਬ ਲੱਗਾ ਹੋਇਆ ਹੈ। ਉੱਥੇ ਹੀ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਗੁਰੂ ਤੇਗ ਬਹਾਦਰ ਸਾਹਿਬ ਨਾਲ ਮਿਲਾਪ ਹੋਇਆ ਹੈ। ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਆਨੰਦ ਸਾਹਿਬ ਦਾ ਪਾਠ ਸੁਣਿਆ ਉੱਥੇ ਤੇ ਕੜਾਹ ਪ੍ਰਸ਼ਾਦ ਦੀ ਦੇਗ ਵਰਤਾਈ ਹੈ। ਉਸੇ ਹੀ ਅਸਥਾਨ ਤੇ ਖੜ ਕੇ ਗੁਰੂ ਤੇਗ ਬਹਾਦਰ ਸਾਹਿਬ ਨੇ ਸਾਰੀ ਸੰਗਤ ਨੂੰ ਹੁਕਮ ਕੀਤਾ ਕਿ ਤੁਸੀਂ ਸਾਡੇ ਨਾਲ ਨਹੀਂ ਜਾਣਾ, ਜਿਹੜੇ ਪੰਜਾਂ ਸਿੱਖਾਂ ਦਾ ਗੁਰਮਤਾ ਹੋਇਆ ਉਹ ਸਾਡੇ ਨਾਲ ਜਾਣਗੇ। ਸੰਗਤ ਵਿਰਾਗ ਵਿੱਚ ਸੀ। ਗੁਰੂ ਸਾਹਿਬ ਦੇ ਸਾਰੇ ਰਿਸ਼ਤੇਦਾਰ ਸੋਢੀ, ਭੱਲੇ ਤੇ ਬੇਦੀ ਤੇ ਪਹਾੜੀ ਰਾਜੇ ਵੀ ਨਾਲ ਤੁਰੇ ਸੀ ਗੁਰੂ ਤੇਗ ਬਹਾਦਰ ਸਾਹਿਬ ਦੇ, ਕਿ ਮਹਾਰਾਜ ਜੀ ਅਸੀਂ ਤੁਹਾਡੇ ਨਾਲ ਹੀ ਜਾਣਾ। ਗੁਰੂ ਹਰਕ੍ਰਿਸ਼ਨ ਸਾਹਿਬ ਦਿੱਲੀ ਗਏ ਨੇ, ਉਹ ਵਾਪਸ ਨਹੀਂ ਆਏ। ਬਹੁਤ ਵਿਰਾਗ ਕੀਤਾ। ਸਤਿਗੁਰਾਂ ਨੇ ਕਿਹਾ ਨਹੀਂ, ਤੁਹਾਨੂੰ ਸਾਡਾ ਹੁਕਮ ਹੈ, ਤੁਸੀਂ ਇੱਥੋਂ ਮੁੜ ਜਾਓ। ਗੁਰੂ ਤੇਗ ਬਹਾਦਰ ਸਾਹਿਬ ਜੀ ਨੂੰ ਮੱਥਾ ਟੇਕ ਕੇ ਨਮਸਕਾਰ ਕਰਕੇ ਸੰਗਤਾਂ ਪਿੱਛੇ ਹਟੀਆਂ ਨੇ। ਅੰਤ ਵਿੱਚ ਮਾਤਾ ਗੁਜਰੀ ਜੀ ਨੇ ਮੱਥਾ ਟੇਕਿਆ। ਫਿਰ ਸਾਹਿਬਜ਼ਾਦੇ, ਜਿਨ੍ਹਾਂ ਨੂੰ ਉਸ ਵੇਲੇ ਗੋਬਿੰਦ ਰਾਏ ਜੀ ਕਿਹਾ ਜਾਂਦਾ ਸੀ, ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੱਥਾ ਟੇਕਿਆ। ਅੰਤ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਆਪਣੀ ਮਾਤਾ ਨਾਨਕੀ ਨੂੰ ਮੱਥਾ ਟੇਕਿਆ। ਮਾਤਾ ਨਾਨਕੀ ਜੀ ਨੂੰ ਬੇਨਤੀ, ਮਾਤਾ ਜੀ ਨੇ ਆਪਣੇ ਪੈਰਾਂ ਤੋਂ ਗੁਰੂ ਤੇਗ ਬਹਾਦਰ ਸਾਹਿਬ ਨੂੰ ਉਠਾਇਆ ਤੇ ਛਾਤੀ ਨਾਲ ਘੁੱਟ ਕੇ ਲਾਇਆ ਤੇ ਗੁਰੂ ਤੇਗ ਬਹਾਦਰ ਸਾਹਿਬ ਦਾ ਮੂੰਹ ਚੁੰਮਿਆ, ਮੱਥਾ ਚੁੰਮਿਆ। ਮਾਤਾ ਨੂੰ ਵੀ ਪਤਾ ਹੈ ਕਿ ਮੇਰੇ ਪੁੱਤਰ ਨੇ ਮੁੜ ਕੇ ਨਹੀਂ ਆਣਾ, ਪੁੱਤਰ ਨੂੰ ਵੀ ਪਤਾ ਹੈ। ਫੇਰ ਵੀ ਗੁਰੂ ਤੇਗ ਬਹਾਦਰ ਸਾਹਿਬ ਕਹਿੰਦੇ ਮਾਤਾ ਜੀ ਸੇਵਾ ਦੱਸੋ। ਮਾਤਾ ਨਾਨਕੀ ਜੀ ਬੋਲੇ ਨਹੀਂ। ਦੂਸਰੀ ਵਾਰੀ ਕਿਹਾ ਨਹੀਂ ਬੋਲੇ। ਤੀਸਰੀ ਵਾਰੀ ਜਦੋਂ ਕਿਹਾ, ਇਹ ਸੀਨਾ ਬਸੀਨਾ ਸਾਖੀ ਆਂਦੀ ਹੈ ਚੱਲੀ ਅਨੰਦਪੁਰ ਸਾਹਿਬ ਦੀ, ਤੇ ਉਹ ਮਾਤਾ ਜੀ ਨੇ ਤੀਸਰੀ ਵਾਰੀ ਫਿਰ ਹੁਕਮ ਕੀਤਾ, ਬੱਚਿਆ ਮੈਂ ਤੇਰਾ ਫੇਰ ਵੀ ਮੁਖ ਦੇਖਣਾ ਚਾਹਨੀ ਹਾਂ। ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਤੇ ਸਤਿਗੁਰੂ ਜੀ ਗੁਰੂ ਤੇਗ ਬਹਾਦਰ ਸਾਹਿਬ ਨੇ ਹੱਥ ਜੋੜ ਕੇ ਕਹਿ ਦਿੱਤਾ, ਮਾਤਾ ਜੀ ਐਸਾ ਹੀ ਹੋਏਗਾ। ਤੇ ਨਾਲ ਖੜਾ ਭਾਈ ਜੈਤਾ, ਉਹਨੂੰ ਕਿਹਾ ਜੈਤਿਆ ਜੋ ਮੇਰੀ ਮਾਤਾ ਨੇ ਹੁਕਮ ਕੀਤਾ ਸੁਣ ਲਿਆ ਤੂੰ? ਕਹਿੰਦਾ ਹਾਂਜੀ। ਕਹਿੰਦੇ ਤੇਰੀ ਜ਼ਿੰਮੇਵਾਰੀ ਹੈ। ਫਿਰ ਭਾਈ ਜੈਤਾ ਜੀ ਸੀਸ ਅਨੰਦਪੁਰ ਸਾਹਿਬ ਲੈ ਕੇ ਆਇਆ। ਅਨੰਦਪੁਰ ਸਾਹਿਬ ਦਾ ਜਿੱਥੇ ਵੱਡਾ ਸੁਨੇਹਾ ਕਿ ਅੰਮ੍ਰਿਤ ਛਕਣ ਦਾ, ਉੱਥੇ ਇਹ ਵੀ ਸੁਨੇਹਾ ਹੈ ਕਿ ਮਾਤਾ ਪਿਤਾ ਦੀ ਰੱਜ ਕੇ ਸੇਵਾ ਕਰੋ। ਮਾਤਾ ਦਾ ਹੁਕਮ ਮੰਨ ਕੇ ਹੀ ਗੁਰੂ ਤੇਗ ਬਹਾਦਰ ਸਾਹਿਬ ਨੇ ਸੀਸ ਸ੍ਰੀ ਅਨੰਦਪੁਰ ਸਾਹਿਬ ਭੇਜਣ ਦੀ ਕਲਾ ਵਰਤਾਈ। ਸਾਧ ਸੰਗਤ ਜੀ, ਮਾਤਾ ਦਾ ਬਹੁਤ ਵੱਡਾ ਦਰਜਾ ਹੈ ਸੋ ਸਿੱਖ ਇਤਿਹਾਸ ਵਿੱਚ। ਤੇ ਮੈਂ ਨੇੜੇ ਕਰਦਾ ਜਾਵਾਂ, ਜਦੋਂ ਸੀਸ ਲਿਆ ਕੇ ਕੀਰਤਪੁਰ ਸਾਹਿਬ ਰੱਖਿਆ ਗਿਆ, ਪੜਾਅ ਦਰ ਪੜਾਅ ਹੁੰਦਾ, ਫਿਰ ਸਾਰੇ ਪਾਸੇ ਘੋੜੀਆਂ ਭੇਜੀਆਂ, ਬਹੁਤ ਸੰਗਤ ਇਕੱਠੀ ਹੋ ਗਈ, ਵਿਰਾਗ ਕਰ ਰਹੀ ਸੀ। ਉਸ ਵੇਲੇ ਮਾਤਾ ਨਾਨਕੀ ਜੀ ਨੇ ਮੱਥਾ ਟੇਕਿਆ। ਮਾਤਾ ਗੁਜਰੀ ਜੀ ਨੇ ਨਮਸਕਾਰ ਕਰਕੇ ਇਹ ਬਚਨ ਕੀਤਾ, ਤੁਹਾਡੀ ਨਿਭ ਗਈ ਮੇਰੀ ਨਿਭ ਆਵੇ। ਫਿਰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਮੱਥਾ ਟੇਕਿਆ। ਉਸ ਤੋਂ ਬਾਅਦ ਮਾਤਾ ਨਾਨਕੀ ਜੀ ਨੇ ਹੱਥ ਜੋੜ ਕੇ ਆਪਣੇ ਸਾਰੇ ਭਾਈਚਾਰੇ ਨੂੰ ਤੇ ਸੰਗਤ ਨੂੰ ਕਿਹਾ, ਮਹਾਰਾਜ ਜੀ ਬੇਨਤੀ ਹੈ, ਠੀਕ ਹੈ ਮੇਰੇ ਪਤੀ ਗੁਰੂ ਹਰਗੋਬਿੰਦ ਸਾਹਿਬ ਦਾ ਸੰਸਕਾਰ ਪਤਾਲਪੁਰੀ ਸਾਹਿਬ ਹੋਇਆ, ਕੀਰਤਪੁਰ ਸਾਹਿਬ ਹੋਇਆ, ਤੇ ਇਸੇ ਤਰ੍ਹਾਂ ਮੇਰੇ ਪੋਤੇ ਗੁਰੂ ਹਰਰਾਏ ਸਾਹਿਬ ਦਾ ਸੰਸਕਾਰ ਵੀ ਪਤਾਲਪੁਰੀ ਹੋਇਆ। ਗੁਰੂ ਹਰਕ੍ਰਿਸ਼ਨ ਸਾਹਿਬ ਦਾ ਦਿੱਲੀੋਂ ਅਸਥੀਆਂ ਲਿਆ ਕੇ ਇੱਥੇ ਰੱਖੀਆਂ ਗਈਆਂ ਨੇ। ਸੰਸਕਾਰ ਭਾਵੇਂ ਦਿੱਲੀ ਬਾਲਾ ਸਾਹਿਬ ਗੁਰਦੁਆਰੇ ਹੋਇਆ ਹੈ, ਪਰ ਮੈਂ ਚਾਹੁੰਦੀ ਹਾਂ ਕਿ ਮੇਰੇ ਪੁੱਤਰ ਦੇ ਸੀਸ ਦਾ ਸੰਸਕਾਰ ਮੇਰੇ ਮਹਿਲਾਂ ਦੇ ਸਾਹਮਣੇ ਹੋਵੇ। ਅਨੰਦਪੁਰ ਸਾਹਿਬ ਸੰਗਤ ਨੇ ਬਚਨ ਮੰਨ ਲਿਆ, ਬਵਾਨ ਬਣਾ ਕੇ ਫਿਰ ਸਾਧ ਸੰਗਤ ਜੀ ਅਨੰਦਪੁਰ ਸਾਹਿਬ ਨੂੰ ਗੁਰੂ ਤੇਗ ਬਹਾਦਰ ਸਾਹਿਬ ਦਾ ਸੀਸ ਲੈ ਕੇ ਗਏ ਨੇ ਤੇ ਉੱਥੇ ਸੰਸਕਾਰ ਕੀਤਾ। ਤੇ ਜਦੋਂ ਆ ਪੰਦਰਵਾੜਾ ਜਿਹੜਾ ਸ਼ੁਰੂ ਹੋਇਆ, ਸਾਧ ਸੰਗਤ ਜੀ ਕੋਈ ਦਿਨ ਐਸਾ ਜਾਂਦਾ ਹੀ ਨਹੀਂ ਹੈ ਜਿੱਦਣ ਇਹ ਭਾਣੇ ਨਾ ਵਰਤੇ ਹੋਣ। ਪਹਿਲਾਂ ਪਹਾੜੀ ਰਾਜਿਆਂ ਨੇ ਕਿਹਾ ਭਈ ਤੁਸੀਂ ਕਿਲਾ ਛੱਡ ਦਿਓ, ਤੇ ਮਾਤਾ ਗੁਜਰੀ ਜੀ ਨੂੰ ਵੀ ਕਿਹਾ। ਕਲਗੀਧਰ ਪਾਤਸ਼ਾਹ ਨੇ ਟੁੱਟੇ ਛਿੱਤਰ, ਟੁੱਟਾ ਸਮਾਨ, ਲਿੱਦ
ਉਹ ਭਰ ਕੇ ਬੋਰੀਆਂ ਵਿੱਚ ਗੱਡਿਆਂ ਤੇ ਦੁਸ਼ਾਲੇ ਪਾ ਕੇ ਉਹ ਕਿਲੇ ਤੋਂ ਬਾਹਰ ਭੇਜ ਦਿੱਤੀ ਤੇ ਦੁਸ਼ਮਣ ਜਿਹੜਾ ਉਹ ਟੁੱਟ ਕੇ ਪੈ ਗਿਆ, ਸਾਰਾ ਲੁੱਟ ਕੇ ਲੈ ਗਿਆ। ਤੇ ਮਾਤਾ ਜੀ ਨੂੰ ਕਿਹਾ, ਮਾਤਾ ਜੀ ਇਹਨਾਂ ਦਾ ਵਰਤਾਰਾ ਦੇਖ ਲਓ। ਫਿਰ ਸਾਧ ਸੰਗਤ ਜੀ ਦੂਸਰੀ ਵਾਰੀ ਮੁਸਲਮਾਨ ਭਾਈਚਾਰੇ ਨੇ ਕੁਰਾਨ ਦੀ ਕਸਮ ਖਾਧੀ ਹੈ ਤੇ ਇਧਰੋਂ ਹਿੰਦੂ ਭਾਈਚਾਰੇ ਨੇ ਗਊ ਆਟੇ ਦੀ ਬਣਾ ਕੇ ਤਿਲਕ ਰੱਖ ਕੇ ਕਿ ਅਸੀਂ ਕਸਮ ਖਾਂਦੇ ਆ ਤੁਹਾਨੂੰ ਕੁਛ ਨਹੀਂ ਕਵਾਂਗੇ, ਜਿੱਥੇ ਤੁਸੀਂ ਜਾਓਗੇ ਉੱਥੇ ਅਨੰਦਪੁਰ ਸਾਹਿਬ ਵਸਾ ਲੈਣਾ, ਇੱਕ ਵਾਰੀ ਔਰੰਗਜ਼ੇਬ ਦਾ ਬਚਨ ਮੰਨ ਲਓ, ਹੁਕਮ ਮੰਨ ਲਓ ਤੇ ਤੁਸੀਂ ਕਿਲਾ ਛੱਡ ਦਿਓ। ਸਿੰਘ ਵੀ ਥੋੜੇ ਵਿਹਵਲ ਹੋਏ ਸਨ, ਵਿੱਚੋਂ ਕੁਛ ਇੱਥੋਂ ਛੱਡ ਕੇ ਵੀ ਚਲੇ ਗਏ ਸਨ ਕਿ ਤੂੰ ਸਾਡਾ ਗੁਰੂ ਨਹੀਂ, ਅਸੀਂ ਤੇਰੇ ਸਿੱਖ ਨਹੀਂ। ਇਹ ਵੀ ਭਾਣਾ ਵਰਤਿਆ ਸੀ। ਸਾਧ ਸੰਗਤ ਜੀ ਫੇਰ ਮਾਤਾ ਜੀ ਨੂੰ ਸਿੰਘਾਂ ਨੇ ਬੇਨਤੀ ਕੀਤੀ, ਮਾਤਾ ਜੀ ਹੁਣ ਉਹ ਕਸਮਾਂ ਖਾਂਦੇ ਨੇ। ਗੁਰੂ ਸਾਹਿਬ ਨੇ ਸਿੰਘਾਂ ਨੂੰ ਹੁਕਮ ਕੀਤਾ ਕਿ 4 ਦਿਨ ਠਹਿਰ ਜਾਓ, 4 ਪਹਿਰ ਠਹਿਰ ਜਾਓ, 4 ਘੜੀਆਂ ਠਹਿਰ ਜਾਓ, ਬੜਾ ਨੁਕਸਾਨ ਉਠਾ। ਨਹੀਂ ਮੰਨੇ। ਮਾਤਾ ਗੁਜਰੀ ਜੀ ਨੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੂੰ ਕਿਹਾ ਕਿ ਲਾਲ ਜੀ ਕਿਲਾ ਛੱਡ ਦਈਏ। ਗੁਰੂ ਗੋਬਿੰਦ ਸਿੰਘ ਮਹਾਰਾਜ ਸਾਰੇ ਧਰਮਾਂ ਦਾ ਸਤਿਕਾਰ ਕਰਦੇ ਸਨ, ਉੱਥੇ ਮਾਤਾ ਦਾ ਵੀ ਸਤਿਕਾਰ ਕਰਦੇ ਸਨ। ਉਹਨਾਂ ਨੇ ਕਿਹਾ ਇਹਨਾਂ ਨੇ ਕਸਮ ਖਾਧੀ ਹੈ, ਕੁਰਾਨ ਦੀ ਕਸਮ ਖਾਧੀ ਹੈ, ਗਊ ਦੀ ਕਸਮ ਖਾਧੀ ਹੈ ਤੇ ਇਹਨਾਂ ਦੀ ਕਸਮਾਂ ਦੇ ਆਧਾਰ ਤੇ ਕਿਲੇ ਨੂੰ ਛੱਡ ਦਿੱਤਾ। ਜਿਸ ਵਕਤ ਗੁਰੂ ਗੋਬਿੰਦ ਸਿੰਘ ਜੀ ਸਾਰੇ ਪਰਿਵਾਰ ਨਾਲ, ਕਿਉਂ 2 ਸਾਹਿਬਜ਼ਾਦੇ ਤਾਂ ਹਰ ਵੇਲੇ ਮਾਤਾ ਗੁਜਰੀ ਜੀ ਕੋਲ ਹੀ ਰਹਿੰਦੇ ਸਨ, ਉਹਨਾਂ ਨਾਲ ਸੌਂਦੇ ਸਨ, ਕਿਉਂ ਮਾਤਾ ਜੀਤੋ ਜੀ ਸਰੀਰ ਛੱਡ ਚੁੱਕੇ ਸਨ। ਤੇ ਬਾਬਾ ਜੋਰਾਵਰ ਸਿੰਘ, ਬਾਬਾ ਅਜੀਤ ਸਿੰਘ ਜੀ ਉਹ ਥੋੜੇ ਵੱਡੇ ਸਨ, ਉਹ ਕਲਗੀਧਰ ਪਾਤਸ਼ਾਹ ਦੇ ਅੱਗੇ ਪਿੱਛੇ ਰਹਿੰਦੇ ਸਨ। ਸੋ ਸਤਿਗੁਰੂ ਸੱਚੇ ਪਾਤਸ਼ਾਹ ਜਦੋਂ ਕਿਲਾ ਛੱਡਿਆ ਤੇ ਕੀਰਤਪੁਰ ਸਾਹਿਬ ਆਏ ਨੇ, ਉਸ ਵੇਲੇ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਸਮੇਤ ਪਰਿਵਾਰ ਆਪਣੇ ਦਾਦਾ ਜੀ ਗੁਰੂ ਹਰਗੋਬਿੰਦ ਸਾਹਿਬ ਦੇ ਅੰਗੀਠੇ ਤੇ ਮੱਥਾ ਟੇਕਿਆ, ਗੁਰੂ ਹਰਰਾਏ ਸਾਹਿਬ ਦੇ, ਗੁਰੂ ਹਰਕ੍ਰਿਸ਼ਨ ਸਾਹਿਬ ਦੇ ਅੰਗੀਠੇ ਤੇ ਮੱਥਾ ਟੇਕ ਕੇ ਅੱਗੇ ਨੂੰ ਵਧੇ ਆ। ਅਜੇ ਸ਼ਾਹੀ ਟਿੱਬੀ ਪਹੁੰਚੇ ਨਹੀਂ ਤੇ ਦੁਸ਼ਮਣ ਨੇ ਹਮਲਾ ਕਰ ਦਿੱਤਾ। ਬਹੁਤ ਜ਼ੋਰਦਾਰ ਹਮਲਾ ਕੀਤਾ ਗਿਆ। ਉਥੇ ਤੋਪ ਨਾਲ ਹਮਲਾ ਕੀਤਾ। ਗੁਰੂ ਸਾਹਿਬ ਦੀ ਕਲਗੀ ਤੋਂ ਉੱਪਰ ਲੰਘ ਕੇ ਚਲੇ ਗਈ ਗੋਲੀ ਤੇ ਸਾਧ ਸੰਗਤ ਜੀ ਉਦੇ ਸਿੰਘ ਸ਼ਹੀਦ ਹੋ ਗਿਆ। ਵੱਡੇ ਸਾਹਿਬਜ਼ਾਦੇ ਨੂੰ ਘੇਰਾ ਪਾ ਲਿਆ। ਗੁਰੂ ਸਾਹਿਬ ਅੱਗੇ ਆਂਦੇ ਗਏ ਤੇ ਇਸ ਸਥਾਨ ਤੇ ਪਹੁੰਚ ਗਏ ਜਿੱਥੇ ਹੁਣ ਤੁਸੀਂ ਖੜੇ ਹੋ, ਪਰਿਵਾਰ ਵਿਛੋੜੇ। ਤੇ ਸਾਧ ਸੰਗਤ ਜੀ ਬਾਬਾ ਜੀਵਨ ਸਿੰਘ ਹੋਰੀ, ਬਾਬਾ ਸੰਗਤ ਸਿੰਘ ਹੋਰ, ਭਾਈ ਦਇਆ ਸਿੰਘ ਹੋਰੀ ਬਾਬਾ ਅਜੀਤ ਸਿੰਘ ਨੂੰ ਘੇਰੇ ਵਿੱਚੋਂ ਕੱਢ ਕੇ ਲਿਆਂਦਾ ਤੇ ਗੁਰੂ ਸਾਹਿਬ ਦੇ ਨਾਲ ਬੁਲਾਇਆ। ਇਸ ਸਥਾਨ ਤੇ ਹੀ ਸਾਧ ਸੰਗਤ ਜੀ ਗੁਰੂ ਸਾਹਿਬ ਨੇ ਆਸਾ ਦੀ ਵਾਰ ਦਾ ਕੀਰਤਨ ਕੀਤਾ। ਅੰਮ੍ਰਿਤ ਵੇਲਾ ਹੋ ਗਿਆ ਤੇ ਇਹ ਜਿਹੜੀ ਨਦੀ ਹੈ, ਪਹਾੜਾਂ ਵਿੱਚੋਂ ਨਦੀ ਆਂਦੀ ਹੈ। ਇਹ ਪੋਹ ਮਹੀਨਾ ਸੀ, ਬਾਰਿਸ਼ ਲੱਗੀ ਸੀ, ਕਿਣਮਣ ਹੋ ਰਹੀ ਸੀ ਤੇ ਇਥੋਂ ਗੁਰੂ ਸਾਹਿਬ ਨੇ ਹੁਕਮ ਕਰਤਾ ਕਿ ਛੱਡ ਦਈਏ। ਇਸ ਧਰਤੀ ਤੇ ਗੁਰਮੁਖ ਪਿਆਰਿਓ ਐਸਾ ਵਿਛੋੜਾ ਪਿਆ, ਭਾਈਆਂ ਨੂੰ ਭਾਈ ਨਹੀਂ ਮਿਲੇ, ਮਾਵਾਂ ਨੂੰ ਪੁੱਤਰ ਨਹੀਂ ਮਿਲੇ। ਗੁਰੂ ਸਾਹਿਬ ਦੀ ਮਾਤਾ ਗੁਜਰੀ ਜੀ ਤੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਉਹ ਸੱਜੇ ਹੱਥ ਨੂੰ ਚਲੇ ਗਏ ਤੇ ਮਾਤਾ ਸੁੰਦਰੀ ਜੀ, ਮਾਤਾ ਸਾਹਿਬ ਦੇਵਾਂ ਜੀ ਉਹ ਸਿੱਧੇ ਹੀ ਭਾਈ ਮਨੀ ਸਿੰਘ ਹੋਰਾਂ ਦੇ ਨਾਲ ਚਲੇ ਗਏ ਤੇ ਜਿਹੜੇ ਸਾਹਿਬਜ਼ਾਦੇ ਸੀ ਉਹ ਕਲਗੀਧਰ ਪਾਤਸ਼ਾਹ ਨਾਲ ਸਿੱਧੇ ਗਏ ਤੇ ਰੋਪੜ ਜਾ ਕੇ ਸਾਧ ਸੰਗਤ ਜੀ ਭੱਠਾ ਸਾਹਿਬ ਰੁਕੇ। ਸਾਰਾ ਇਤਿਹਾਸ ਤੁਸੀਂ ਜਾਣਦੇ ਹੋ। सूरा सो पहचानिए जो लड़ै दीन के हेत, पुरजा पुरजा कट मरै कबहू ना छाड़ै खेत। ਪੋਹ ਦੇ ਮਹੀਨੇ ਦੀ ਸੰਗਰਾਂਦ ਦੇ ਨਾਲ ਅੱਜ ਸ਼ਹੀਦੀ ਪੰਦਰਵਾੜੇ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਲਗਾਤਾਰ ਅਸੀਂ ਤੁਹਾਨੂੰ ਦਰਸ਼ਨ ਦਿਦਾਰੇ ਕਰਵਾ ਰਹੇ ਹਾਂ। ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ ਉਹ ਮਹਾਨ ਮੁਕੱਦਸ ਅਸਥਾਨ ਜਿੱਥੇ 6-7 ਪੋਹ ਦੀ ਦਰਮਿਆਨੀ ਰਾਤ ਨੂੰ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਵਿਛੜਿਆ ਸੀ ਤੇ ਲਗਾਤਾਰ ਉਹ ਗਾਥਾ ਕਿਵੇਂ ਅਨੰਦਪੁਰ ਸਾਹਿਬ ਤੋਂ ਦਸਮ ਪਾਤਸ਼ਾਹ ਜੀ ਸਿੰਘਾਂ ਸਾਥੀਆਂ ਸਮੇਤ ਇਸ ਧਰਤੀ ਤੇ ਆਉਂਦੇ ਨੇ ਤੇ ਇੱਥੇ ਪਰਿਵਾਰ ਦਾ ਵਿਛੋੜਾ ਪੈਂਦਾ ਏ।
ਬਾਬਾ ਜਰਨੈਲ ਸਿੰਘ ਜੀ ਸਾਨੂੰ ਦੱਸ ਰਹੇ ਸਨ। ਸੋ ਬਾਬਾ ਜੀ, ਜਿਵੇਂ ਤੁਸੀਂ ਜ਼ਿਕਰ ਕਰ ਰਹੇ ਸੀ ਕਿ ਇੱਥੇ ਆ ਕੇ ਗੁਰੂ ਸਾਹਿਬ ਦਾ ਪਰਿਵਾਰ ਕਈ ਭਾਗਾਂ ਦੇ ਵਿੱਚ ਵੰਡਿਆ ਜਾਂਦਾ ਹੈ, ਕਿਉਂਕਿ ਇਹ ਜਿਹੜਾ ਅਸਥਾਨ ਹੈ ਸਰਸਾ ਨਦੀ ਇੱਥੇ ਸੀ, ਪਰ ਹੁਣ ਦੇਖਦੇ ਹਾਂ ਅਸੀਂ ਕਿ ਵਹਾਅ ਜਿਹੜਾ ਉਹ ਨਦੀ ਦਾ ਬਹੁਤ ਜ਼ਿਆਦਾ ਦੂਰ ਤੱਕ ਚੱਲ ਗਿਆ ਹੈ ਤੇ ਭਾਖੜਾ ਨਹਿਰ ਬਣਨ ਤੋਂ ਬਾਅਦ ਵੀ ਇੱਕ ਸੰਗਤਾਂ ਜ਼ਿਆਦਾਤਰ ਉਸ ਨੂੰ ਹੀ ਜਿਹੜਾ ਉਹ ਸਰਸਾ ਨਦੀ ਦਾ ਨਾਮ ਦਿੰਦੀਆਂ ਨੇ। ਅਸਲ ਦੇ ਵਿੱਚ ਤੁਸੀਂ ਵੀ ਆਪਣੇ ਬਜ਼ੁਰਗਾਂ ਤੋਂ ਜ਼ਰੂਰ ਸੁਣਿਆ ਹੋਵੇਗਾ ਅਸਲੀਅਤ ਕੀ ਹੈ, ਸਮੇਂ ਦੇ ਨਾਲ ਕਿੰਨੀ ਕੁ ਇਸ ਅਸਥਾਨ ਦੇ ਜਿਹੜਾ ਬਦਲਾਅ ਆਇਆ ਤੇ ਇਹ ਅਸਥਾਨ ਕਦੋਂ ਹੋਣ ਦੇ ਵਿੱਚ ਆਇਆ, ਇਸ ਨੂੰ ਜਿਹੜਾ ਕਿਵੇਂ ਜਿਹੜਾ ਉਹ ਲੱਭਿਆ ਗਿਆ, ਉਹ ਸਾਰਾ ਡਿਟੇਲ ਦੇ ਵਿੱਚ ਇਹ ਜਿਹੜਾ ਅਸਥਾਨ ਹੈ, ਭਾਖੜਾ ਨਹਿਰ ਆ ਰਹੀ ਸੀਗੀ ਤੇ ਪਟਾਈ ਹੋ ਰਹੀ ਸੀ। ਜਦੋਂ ਇਸ ਸਥਾਨ ਤੇ ਪਟਾਈ ਕਰਨ ਲੱਗੇ ਨੇ, ਮਸ਼ੀਨਾਂ ਦਾ ਕਦੇ ਬਲੇਡ ਟੁੱਟ ਜਾਵੇ, ਕਦੇ ਕੁਛ ਹੋਵੇ, ਫਿਰ ਜਿਹੜਾ ਅੰਗਰੇਜ਼ ਵੀ ਸੀਗਾ, ਹੋਰ ਅਹਿਲਕਾਰ ਸੀਗੇ, ਉਹਨਾਂ ਨੂੰ ਸੁਨੰਦਰ ਹੋਇਆ ਕਿ ਇਹ ਸ਼ਹੀਦਾਂ ਦੀ ਜਗ੍ਹਾ ਹੈ, ਇੱਥੇ ਕਿੰਨੇ ਸ਼ਹੀਦ ਹੋਏ ਨੇ, ਕਿਉਂ ਹੱਡੀਆਂ ਨਿਕਲਦੀਆਂ ਸਨ, ਕਿਰਪਾਨਾਂ ਨਿਕਲਦੀਆਂ ਸਨ। ਤੇ ਉਸ ਵਕਤ ਇਸ ਸਥਾਨ ਤੋਂ ਨਹਿਰ ਜਿਹੜੀ ਹੈ ਉਹ ਕਾਫੀ ਕੋਈ 200-300 ਗਜ ਦੂਰ ਚਲੇ ਗਈ ਤੇ ਜਿਹੜੀ ਸਰਸਾ ਹੈ ਇਹ ਵੀ ਨਦੀ ਦੇ ਵਹਾਣ ਕਰਕੇ ਤੁਸੀਂ ਆਮ ਦੇਖਿਆ ਹੋਵੇਗਾ। ਆਨੰਦਪੁਰ ਸਾਹਿਬ ਦਾ ਜਿਹੜਾ ਸਤਲੁਜ ਦਰਿਆ ਹੈ ਇਹ ਵੀ ਕਿਸੇ ਵੇਲੇ ਨੇੜੇ ਵਗਦਾ ਸੀ, ਅੱਜ 3-4 ਕਿਲੋਮੀਟਰ ਦੂਰ ਚਲੇ ਗਿਆ। ਸੋ ਸਾਧ ਸੰਗਤ ਜੀ, ਇਹ ਸਰਸਾ ਨਦੀ ਨੇੜੇ ਹੁੰਦੀ ਸੀਗੀ। ਅਸੀਂ ਛੋਟੇ ਹੁੰਦੇ ਸੀਗੇ, ਭਾਵੇਂ ਰੋਪੜ ਨੂੰ ਲੰਘਣਾ ਤੇ ਬੱਸ ਖੜੀ ਕਰਵਾ ਕੇ ਵੀ ਇਸ ਨਦੀ ਤੇ 5-5 ਜੁੱਤੀਆਂ ਮਾਰ ਕੇ ਜਾਂਦੇ ਸੀ ਸਿੱਖ ਕਿ ਇਹ ਸਰਸਾ ਨਦੀ ਤੇ ਪਰਿਵਾਰ ਵਿਛੜਿਆ। ਹੁਣ ਉਹ ਰਵਾਇਤ ਜਿਹੜੀ ਹੈ ਗੁੰਮ ਹੋ ਗਈ ਹੈ, ਕਹਿੰਦੇ ਪਏ ਨਹੀਂ ਜੁੱਤੀਆਂ ਨਹੀਂ ਮਾਰਨੀਆਂ ਚਾਹੁੰਦੇ, ਤੇ ਕਵੀ ਆਪੋ ਆਪਣੇ ਢੰਗਾਂ ਦੇ ਨਾਲ ਪਰਿਵਾਰ ਜਿਹੜਾ ਵਿਛੜਿਆ। ਸੋ ਸਾਧ ਸੰਗਤ ਜੀ, ਮਾਤਾ ਗੁਜਰੀ ਨਾਲ ਬਹੁਤੇ ਦੱਸਦੇ ਨਹੀਂ ਇਸ ਗੱਲ ਨੂੰ। ਸਾਹਿਬਜ਼ਾਦੇ ਬਾਬਾ ਜੋਰਾਵਰ ਸਿੰਘ, ਬਾਬਾ ਫਤਿਹ ਸਿੰਘ ਰੋਪੜ ਪਾਰ ਕੀਤਾ, ਰੋਪੜ ਨਹੀਂ ਪੁੱਜੇ। ਜਿਹੜਾ ਕੰਮਾ ਮਾਸ਼ਕੀ ਸੀ ਉਹਦੀ ਝੋਪੜੀ ਵਿੱਚ ਬੈਠੇ ਨੇ ਤੇ ਉਹਨੇ ਕਿਹਾ ਵੀ ਇਹ ਤਾਂ ਗੁਰੂ ਗੋਬਿੰਦ ਸਿੰਘ ਜੀ ਦੀ ਮਾਤਾ ਹੈ। ਕਹਿੰਦਾ ਉਹ ਭੱਜਾ ਰੋਪੜ ਸ਼ਹਿਰ ਗਿਆ, ਉਥੋਂ ਮਾਤਾ ਜੀ ਵਾਸਤੇ, ਸਾਹਿਬਜ਼ਾਦਿਆਂ ਵਾਸਤੇ ਲక్ష్ਮੀ ਬਾਈ ਬ੍ਰਾਹਮਣੀ ਦੇ ਘਰੋਂ ਕਿ ਇਹ ਹਿੰਦੂ ਨੇ, ਤੇ ਉਥੋਂ ਪ੍ਰਸ਼ਾਦਾ ਪਕਾ ਕੇ ਦੁੱਧ ਲੈ ਕੇ ਉਹ ਸਾਹਿਬਜ਼ਾਦਿਆਂ ਨੂੰ ਛਕਾਇਆ। ਤੇ ਫਿਰ ਮਾਤਾ ਜੀ ਵੀ ਰੋਪੜ ਰਹੇ ਨੇ, ਮਾਤਾ ਸੁੰਦਰੀ, ਮਾਤਾ ਸਾਹਿਬ ਦੇਵਾ ਵੀ ਰੋਪੜ ਰਹੇ ਨੇ। ਉਹ ਸਾਰੀ ਨਿਸ਼ਾਨਦੇਹੀ ਹੋ ਰਹੀ ਹੈ। ਜਿਸ ਵੇਲੇ ਗੁਰੂ ਸਾਹਿਬ ਕਿਲਾ ਛੱਡ ਕੇ ਚਲੇ ਗਏ, ਇਥੋਂ ਸਰਸਾ ਤੋਂ ਵੀ ਅੱਗੇ ਚਲੇ ਗਏ ਤੇ ਮਹਾਰਾਜ ਨੂੰ ਸੱਚੇ ਪਾਤਸ਼ਾਹ ਦੇ ਕਹਿੰਦੇ ਵੀ ਗੁਰੂ ਗੋਬਿੰਦ ਸਿੰਘ ਜੀ ਆਨੰਦਪੁਰ ਸਾਹਿਬ ਤੋਂ ਇੱਕ ਵਾਰੀ ਗਏ ਨੇ ਪੌਂਟਾ ਸਾਹਿਬ ਦੀ ਧਰਤੀ ਤੇ, ਦੂਸਰੀ ਵਾਰੀ ਬਵੌਰ ਸਾਹਿਬ ਗਏ ਨੇ, ਫਿਰ ਮੁੜ ਕੇ ਆ ਗਏ ਨੇ, ਤੇ ਹੁਣ ਗਏ ਨੇ ਕਿਤੇ ਮੁੜ ਕੇ ਨਾ ਆ ਜਾਣ। ਪਹਿਲਾਂ ਤਾਂ ਸਾਧ ਸੰਗਤ ਜੀ ਉੱਥੇ ਖੋਤਿਆਂ ਨਾਲ ਹਲ ਚਲਾਇਆ ਗਿਆ, ਜਿੱਥੇ ਖੋਤਿਆਂ ਨਾਲ ਹਲ ਚੱਲੇ ਉਹ ਧਰਤੀ ਵਸਦੀ ਨਹੀਂ। ਪਰ ਗੁਰੂ ਗੋਬਿੰਦ ਸਿੰਘ ਜੀ ਦੇ ਕਿ ਆਨੰਦਪੁਰ ਸਾਹਿਬ ਦੀ ਧਰਤੀ ਨੇ ਹੱਥ ਜੋੜ ਕੇ ਗਊ ਦਾ, ਇਸਤਰੀ ਦਾ ਰੂਪ ਧਾਰ ਕੇ ਕਿਹਾ ਸੀਗਾ, ਮਹਾਰਾਜ ਤੁਸੀਂ ਚੱਲੇ ਹੋ, ਕਹਿੰਦੇ ਮੈਂ ਖਾਲਸੇ ਦੇ ਰੂਪ ਵਿੱਚ ਆਇਆ ਕਰਾਂਗਾ। ਹੁਣ ਵੀ ਜਿਹੜੇ ਪੁਰਾਣੇ ਬਜ਼ੁਰਗ ਨੇ, ਜਿਸ ਵੇਲੇ ਮਹੱਲਾ ਨਿਕਲਦਾ ਉਹਦੇ ਦਰਸ਼ਨ ਕਰਦੇ ਨੇ ਤੇ ਉਹਨਾਂ ਨੂੰ ਇਸ ਤਰ੍ਹਾਂ ਪ੍ਰਤੀਤ ਹੁੰਦਾ ਕਿ ਅਸੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਦਰਸ਼ਨ ਕਰ ਲਏ ਨੇ। ਆਨੰਦਪੁਰ ਸਾਹਿਬ ਨੂੰ ਬਹੁਤ ਅਸੀਸਾਂ, ਬਹੁਤ ਵਰ ਦੇ ਕੇ ਗਏ ਨੇ ਸੱਚੇ ਪਾਤਸ਼ਾਹ। ਤੇ ਇਹ ਭਾਗਾਂ ਵਾਲੀ ਧਰਤੀ ਹੈ। ਭਾਈ ਕੀਰਤਪੁਰ ਸਾਹਿਬ ਬਹੁਤਿਆਂ ਨੂੰ ਪਤਾ ਹੀ ਨਹੀਂ, ਜਿੱਥੇ ਗੁਰੂ ਹਰਰਾਏ ਸਾਹਿਬ ਦਾ ਜਨਮ ਹੋਇਆ, ਗੁਰੂ ਹਰਕ੍ਰਿਸ਼ਨ ਸਾਹਿਬ ਦਾ ਜਨਮ ਹੋਇਆ, ਜਿੱਥੇ ਗੁਰੂ ਹਰਗੋਬਿੰਦ ਸਾਹਿਬ ਦਾ ਸੰਸਕਾਰ ਹੋਇਆ। ਗੁਰੂ ਹਰਰਾਏ ਸਾਹਿਬ ਦਾ ਸੰਸਕਾਰ ਹੋਇਆ, ਗੁਰੂ ਹਰਕ੍ਰਿਸ਼ਨ ਸਾਹਿਬ ਦਾ ਅੰਗੀਠਾ ਰੱਖਿਆ ਗਿਆ ਪਤਾਲਪੁਰੀ। ਫਿਰ ਜਦੋਂ ਕੋਈ ਕਹਿ ਦਿੰਦਾ ਨਾ ਇਹ ਪਛੜਿਆ ਇਲਾਕਾ, ਤੇ ਮੇਰਾ ਦਿਲ ਵੱਢਿਆ ਜਾਂਦਾ ਹੈ ਕਿ ਏਡੇ ਦੋ ਗੁਰੂਆਂ ਦਾ ਜਨਮ ਹੋਇਆ ਹੋਵੇ, ਸੰਸਕਾਰ ਹੋਇਆ ਹੋਵੇ, ਤੁਸੀਂ ਕਹਿੰਦੇ ਹੋ ਪਛੜਿਆ ਹੋਇਆ। ਗੁਰੂ ਕਿਰਪਾ ਕਰੇ, ਗੁਰੂ ਬਖਸ਼ਿਸ਼ ਕਰੇ। ਸੋ ਸਾਧ ਸੰਗਤ ਜੀ, ਆਨੰਦਪੁਰ ਸਾਹਿਬ ਵਿੱਚ ਪੁਰਾਤਨ ਅਸਥਾਨ ਜਿਹੜਾ ਸੀਸ ਗਾਈ ਸਾਹਿਬ ਅੰਦਰਲਾ ਥੜਾ ਹੈ, ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪ ਇੱਟਾਂ ਫੜ ਕੇ ਬਣਾਇਆ ਕਿ ਉੱਥੇ ਗੁਰੂ ਤੇਗ ਬਹਾਦਰ ਸਾਹਿਬ ਦੇ ਸੀਸ ਦੀਆਂ ਅਸਥੀਆਂ ਪਈਆਂ ਹੋਈਆਂ ਨੇ। ਅੱਜ ਵੀ ਆਨੰਦਪੁਰ ਸਾਹਿਬ ਦੇ ਜਿਹੜੇ ਪੁਰਾਣੇ ਲੋਕ ਹੈ, ਚੋਈ ਬਾਜ਼ਾਰ ਦੇ, ਜਿਨ੍ਹਾਂ ਨੂੰ ਸਨਾਤਨੀ ਕਿਹਾ ਜਾਂਦਾ ਜਾਂ ਹਿੰਦੂ ਭਾਈਚਾਰਾ ਕਿਹਾ ਜਾਂਦਾ, ਜੇ ਉਹਨਾਂ ਨੇ ਚੁਬਾਰਾ ਬਣਾਉਣਾ ਹੋਵੇ ਤਾਂ ਗੁਰੂ ਸਾਹਿਬ ਦੇ, ਗੁਰੂ ਤੇਗ ਬਹਾਦਰ ਸਾਹਿਬ ਦੇ ਸਥਾਨ ਤੇ ਚਾਂਦੀ ਦਾ ਜਾਂ ਸੋਨੇ ਦਾ ਚੁਬਾਰਾ ਬਣਾ ਕੇ ਚੜਾਉਂਦੇ ਨੇ।
ਅੱਜ ਵੀ ਇਹ ਰਵਾਇਤ ਚੱਲੀ ਹੋਈ ਹੈ। ਤੇ ਸਾਧ ਸੰਗਤ ਜੀ, ਜਿੰਨੇ ਵੀ ਲੋਕ ਹੈ, ਗੁਰੂ ਗੋਬਿੰਦ ਸਿੰਘ ਮਹਾਰਾਜ ਸੀਸਗੰਜ ਨੂੰ ਵੱਡਾ ਦਰਬਾਰ ਕਹਿੰਦੇ ਸਨ। ਰੋਜ਼ ਆਪਣੇ ਪਿਤਾ ਦੇ ਸੀਸਗੰਜ ਦੇ ਸਥਾਨ ਤੇ ਮੱਥਾ ਟੇਕਦੇ ਸਨ। ਹੁਣ ਵੀ ਜਿੰਨੇ ਸ਼ਹਿਰ ਵਾਸੀ ਨੇ, ਜਿਨ੍ਹਾਂ ਦੇ ਭਾਗ ਜਾਗਦੇ ਨੇ, ਉਹ ਸੀਸਗੰਜ ਸਾਹਿਬ ਮੱਥਾ ਟੇਕ ਕੇ ਆਉਂਦੇ ਨੇ। ਅਨੰਦਪੁਰ ਸਾਹਿਬ ਦੀ ਬਹੁਤ ਵੱਡੀ ਮਹੱਤਤਾ ਹੈ। ਇੱਥੋਂ ਪਰਿਵਾਰ ਵਿਛੜਿਆ, ਭਰਾਵਾਂ ਨੂੰ ਭਰਾ ਨਹੀਂ ਮਿਲੇ, ਪੁੱਤਰਾਂ ਨੂੰ ਮਾਵਾਂ ਨਹੀਂ ਮਿਲੀਆਂ। ਸਾਧ ਸੰਗਤ ਜੀ, ਜਾ ਕੇ ਮੇਲ ਕਿੱਥੇ ਹੋਇਆ? ਦਮਦਮਾ ਸਾਹਿਬ। ਮਾਤਾ ਸੁੰਦਰੀ ਤੇ ਮਾਤਾ ਸਾਹਿਬ ਦੇਵਾ ਨੇ ਜਦੋਂ ਪੁੱਛਿਆ ਕਿ ਸਾਹਿਬਜ਼ਾਦੇ ਨਜ਼ਰ ਨਹੀਂ ਆਉਂਦੇ, ਉਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਕਿਹਾ, ਇਨ ਪੁੱਤਰਨ ਕੇ ਸੀਸ ਪਰ ਵਾਰ ਦਿਏ ਸੁਤਚਾਰ, ਚਾਰ ਮੂਏ ਤੋਂ ਕਿਆ ਹੁਆ, ਜੀਵਤ ਕਈ ਹਜ਼ਾਰ। ਗੁਰੂ ਬਾਬਾ ਜੀ, ਅੱਜ ਜਿਵੇਂ ਸ਼ਹੀਦੀ ਪੰਦਰਵਾੜੇ ਦੀ ਸ਼ੁਰੂਆਤ ਹੋ ਗਈ ਹੈ, 15 ਦਿਨ ਇਹ ਜਿਹੜਾ ਸਮਾਗਮ ਚੱਲਣਗੇ, ਸੋ ਕਿਵੇਂ ਪੜਾਅ ਦਰ ਪੜਾਅ ਅੱਗੇ ਉਹ ਡਿਟੇਲ ਦੇ ਨਾਲ ਸੰਗਤਾਂ, ਕਿਉਂਕਿ ਕਈਆਂ ਨੂੰ ਇਸ ਦਾ ਗਿਆਨ ਨਹੀਂ ਹੈ, ਤੇ ਉਹ ਵੀ ਸਾਰਾ ਜ਼ਰੂਰ ਜਿਹੜਾ ਜ਼ਿਕਰ। ਇਸ ਤਰ੍ਹਾਂ ਸਾਧ ਸੰਗਤ ਜੀ, ਇਹ ਅਸਥਾਨ ਦੀ ਸੇਵਾ ਪਹਿਲਾਂ ਸੰਤ ਕਰਤਾਰ ਸਿੰਘ ਹੋਰਾਂ ਨੇ, ਫਿਰ ਸੰਤ ਬਾਬਾ ਅਜੀਤ ਸਿੰਘ ਜੀ ਪਰਿਵਾਰ ਵਿਛੋੜੇ ਵਾਲਿਆਂ ਨੇ ਸੰਗਤਾਂ ਦੇ ਸਹਿਯੋਗ ਨਾਲ ਕਰਵਾਈ। ਉਸ ਸਹੂਲਤ ਨੂੰ ਮੁੱਖ ਰੱਖ ਕੇ ਸੰਗਰਾਂਦ ਵਾਲੇ ਦਿਨ ਇਹ ਸ਼ੁਰੂ ਕਰ ਲਿਆ। ਤੇ ਆਨੰਦਗੜ੍ਹ ਤੋਂ 6-7 ਪੋਹ ਦੀ ਰਾਤ ਨੂੰ ਹੀ ਸ਼ੁਰੂ ਹੁੰਦਾ ਤੇ ਇਸ ਤੋਂ ਬਾਅਦ ਹੁਣ ਇਹਨੂੰ ਸਭਾ ਕਹਿੰਦੇ ਨੇ। ਸਭਾ ਕਹਿੰਦੇ ਨੇ ਵੀ ਜਿੱਥੇ ਬੈਠ ਕੇ ਅਫਸੋਸ ਕਰਨਾ ਹੈ ਜਾਂ ਗੁਰੂ ਦੀਆਂ ਉਹਨਾਂ ਦੀਆਂ ਚੰਗਿਆਈਆਂ ਦੀਆਂ ਗੱਲਾਂ ਕਰਨੀਆਂ ਨੇ। ਇਸੇ ਤਰ੍ਹਾਂ ਭੱਠਾ ਸਾਹਿਬ ਜਾ ਕੇ ਜੋੜ ਮੇਲਾ ਲੱਗੇਗਾ, ਪਹਿਲਾਂ ਸਦਾ ਵਰਤ ਲੱਗੇਗਾ, ਫਿਰ ਚਮਕੌਰ ਸਾਹਿਬ, ਝਾੜ ਸਾਹਿਬ, ਤੇ ਉਸ ਤੋਂ ਬਾਅਦ ਮਾਛੀਵਾੜੇ ਤੋਂ ਬਾਅਦ ਆਲਮਗੀਰ, ਪੜਾਅ ਦਰ ਪੜਾਅ ਇਸ ਤਰ੍ਹਾਂ ਰੋਜ਼ ਹੀ ਤੁਰਿਆ ਜਾਣਾ। ਤੇ ਜਿਹੜੇ ਸਾਹਿਬਜ਼ਾਦੇ ਨੇ ਉਹ ਫਿਰ ਰੋਪੜ ਵਾਲੀ ਮੁਰਿੰਡੇ ਵਾਲੀ ਸੜਕ ਤੋਂ ਜਿਹੜੇ ਕਿ ਸਹੇੜੀ ਗਏ ਨੇ, ਸਹੇੜੀ ਤੋਂ ਗ੍ਰਿਫਤਾਰ ਕਰਕੇ ਮੁਰਿੰਡੇ ਇੱਕ ਰਾਤ ਰੱਖਿਆ ਗਿਆ, ਉੱਥੇ ਗੁਰਦੁਆਰਾ ਸਾਹਿਬ ਬਣਿਆ। ਮੁਰਿੰਡੇ ਤੋਂ ਫਿਰ ਫਤਿਹਗੜ੍ਹ ਸਾਹਿਬ ਕਚਹਿਰੀ ਵਿੱਚ ਰੱਖਿਆ। ਉੱਥੇ ਸਾਹਿਬਜ਼ਾਦਿਆਂ ਨੂੰ ਤੁਸੀਂ ਸਾਰੇ ਜਾਣਦੇ ਹੋ ਕਿ ਉਹਨਾਂ ਨੂੰ ਸ਼ਹੀਦ ਕਰ ਦਿੱਤਾ। ਮੈਂ ਇਹੋ ਹੀ ਬੇਨਤੀ ਕਰਾਂਗਾ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ, ਜਿਹੜੇ ਵੀ ਸਿੱਖ ਹੈ ਜਾਂ ਗੁਰੂ ਸਾਹਿਬ ਨੂੰ ਮੰਨਦੇ ਨੇ, ਉਹ ਚਮਕੌਰ ਸਾਹਿਬ, ਫਤਿਹਗੜ੍ਹ ਸਾਹਿਬ, ਪਰਿਵਾਰ ਵਿਛੋੜੇ, ਆਨੰਦਪੁਰ ਸਾਹਿਬ, ਕੀਰਤਪੁਰ ਸਾਹਿਬ ਜ਼ਰੂਰ ਨਮਸਕਾਰ ਕਰਿਆ ਕਰੋ, ਮੱਥਾ ਟੇਕਿਆ ਕਰੋ, ਤੁਹਾਡੀਆਂ ਝੋਲੀਆਂ ਭਰਨਗੀਆਂ। ਇੱਕ ਵਾਰ ਕੈਮਰਾਮੈਨ ਨੂੰ ਕਵਾਂਗੇ ਕਿ ਜ਼ਰੂਰ ਦਰਸ਼ਨ ਦਿਦਾਰੇ ਕਰਵਾਏ ਜਾਣ। ਜੋ ਸੰਗਤਾਂ ਅੱਜ ਘਰ ਬੈਠ ਕੇ ਸ਼ਹੀਦੀ ਪੰਦਰਵਾੜੇ ਦਾ ਜੋ ਅੱਜ ਸ਼ੁਰੂਆਤ ਹੋ ਚੁੱਕੀ ਹੈ, ਇੱਕ ਵਾਰ ਫਿਰ ਦੱਸ ਦਈਏ, ਸਿੱਖ ਇਤਿਹਾਸ ਦੇ ਵਿੱਚ ਅੱਜ ਦੇ ਮਹੀਨੇ ਦੀ ਇੱਕ ਵਿਸ਼ੇਸ਼ ਮਹੱਤਤਾ ਹੈ। ਪੋਹ ਮਹੀਨੇ ਦੀ ਸੰਗਰਾਂਦ ਦੇ ਨਾਲ ਸ਼ਹੀਦੀ ਪੰਦਰਵਾੜੇ ਦੀ ਸ਼ੁਰੂਆਤ ਹੋ ਚੁੱਕੀ ਹੈ ਤੇ ਉਸ ਮਹਾਨ ਇਤਿਹਾਸਕ ਅਸਥਾਨ ਤੇ ਅਸੀਂ ਮੌਜੂਦ ਹਾਂ, ਗੁਰਦੁਆਰਾ ਪਰਿਵਾਰ ਵਿਛੋੜਾ ਸਾਹਿਬ, ਜਿਸ ਪਾਵਨ ਅਸਥਾਨ ਤੇ ਦਸਮ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਪਰਿਵਾਰ ਵਿਛੜਿਆ ਸੀ ਤੇ ਸ਼ਹੀਦੀ ਪੰਦਰਵਾੜੇ ਦੇ ਨਾਲ, ਸਭਾ ਦੇ ਨਾਲ, ਵੱਖ-ਵੱਖ ਪੜਾਵਾਂ ਤੋਂ ਹੁੰਦਾ ਹੋਇਆ ਗੁਰਦੁਆਰਾ ਫਤਿਹਗੜ੍ਹ ਸਾਹਿਬ ਵਿਖੇ ਜਿਸ ਪਾਵਨ ਅਸਥਾਨ ਤੇ ਛੋਟੇ ਸਾਹਿਬਜ਼ਾਦੇ ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਮਹਾਰਾਜ ਜੀ ਦੀ ਮਹਾਨ ਸ਼ਹਾਦਤ ਹੋਈ ਸੀ, ਉਸ ਥਾਂ ਤੇ ਜਾ ਕੇ ਇਸ ਸ਼ਹੀਦੀ ਸਭਾ ਦੀ ਸਮਾਪਤੀ ਹੋਵੇਗੀ। ਸੋ ਲਗਾਤਾਰ ਅਸੀਂ ਤੁਹਾਨੂੰ ਦਰਸ਼ਨ ਦਿਦਾਰੇ ਕਰਵਾ ਰਹੇ ਹਾਂ ਤੇ ਇਸ ਜੋ ਸ਼ਹੀਦੀ ਸਭਾ ਦੇ ਦੌਰਾਨ, ਪੰਦਰਵਾੜੇ ਦੇ ਦੌਰਾਨ ਵੱਖ-ਵੱਖ ਸਥਾਨਾਂ ਤੇ ਜਾ ਕੇ APP ਸਾਂਝਾ ਦਾ ਇਹ ਯਤਨ ਰਹੇਗਾ, ਕੋਸ਼ਿਸ਼ ਰਹੇਗੀ ਕਿ ਘਰ ਬੈਠਿਆਂ ਤੁਹਾਨੂੰ ਇਸ ਸਾਰੇ ਜੋ ਪੰਦਰਵਾੜੇ ਨੇ, ਜੋ ਇਤਿਹਾਸਕ ਅਸਥਾਨ ਨੇ, ਜਿਸ ਅਸਥਾਨਾਂ ਤੇ ਮਹਾਨ ਘਟਨਾਵਾਂ ਵਾਪਰੀਆਂ, ਮਹਾਨ ਸ਼ਹੀਦਾਂ ਨੇ ਮਹਾਨ ਸ਼ਹਾਦਤਾਂ ਦਿੱਤੀਆਂ, ਉਹਨਾਂ ਦੇ ਦਰਸ਼ਨ ਦਿਦਾਰੇ ਕਰਵਾਏ ਜਾਣ। ਕੈਮਰਾ ਪਰਸਨ ਮਿਹਰਬਾਨ ਸਿੰਘ ਦੇ ਨਾਲ ਪਰਮਜੀਤ ਸਿੰਘ, APP ਸਾਂਝਾ, ਗੁਰਦੁਆਰਾ ਸ਼੍ਰੀ ਪਰਿਵਾਰ ਵਿਛੋੜਾ ਸਾਹਿਬ, ਰੋਪੜ।